ਸਤਿ ਸ਼੍ਰੀ ਅਕਾਲ। ਔਨ 에ਅਰ ਦੇ ਨਾਲ ਔਨ 에ਅਰ ਹੋ ਤੁਸੀਂ ਤੇ ਮੈਂ ਹਾਂ ਪ੍ਰਿੰਸ ਭਾਰਦਵਾਜ। ਕੁਝ ਸਮਾਂ ਪਹਿਲਾਂ ਹੀ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰੀ ਨੇ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ। ਉਸ ਲੜਾਈ ਦੇ ਵਿੱਚੋਂ ਜਿੱਤ ਵੀ ਨਸੀਬ ਹੋਈ। ਜਿੱਦਾਂ ਕਿਹਾ ਜਾਂਦਾ ਕਿ ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ। 1.25 ਸਾਲ ਲਗਾਤਾਰ ਹਿੰਮਤ ਕਰਕੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਚਫੇਰਿਓਂ ਦਿੱਲੀ ਨੂੰ ਘੇਰ ਕੇ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰੀ ਬੈਠੀ ਰਹੀ। ਏਕਤਾ ਦੇ ਨਾਲ, ਏਕੇ ਦੇ ਨਾਲ ਉਸ ਲੜਾਈ ਨੂੰ ਜਿੱਤਿਆ। ਕੇਂਦਰ ਨੂੰ 3 ਖੇਤੀ ਕਾਨੂੰਨ ਜਿਹੜੇ ਆ ਉਹ ਵਾਪਸ ਕਰਨੇ ਪਏ। ਇਹ ਰਿਪੋਰਟ ਤੁਹਾਡੇ ਲਈ ਇਸ ਕਰਕੇ ਮਹੱਤਵਪੂਰਨ ਹੋ ਜਾਂਦੀ ਹੈ ਕਿ ਜਿਸ ਪੰਜਾਬ ਨੂੰ ਰੰਗਲਾ ਪੰਜਾਬ ਕਿਹਾ ਜਾਂਦਾ, ਜਿਸ ਪੰਜਾਬ ਨੂੰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਕਿਹਾ ਜਾਂਦਾ, ਜਿਸ ਪੰਜਾਬ ਨੂੰ ਕਿਹਾ ਜਾਂਦਾ ਕਿ ਮਿਹਨਤੀ ਲੋਕਾਂ ਦਾ ਪੰਜਾਬ ਹੈ, ਉਹ ਪੰਜਾਬ ਜਿੱਥੋਂ ਦੇ ਲੋਕ ਕਿਰਤੀ ਨੇ, ਜਿੱਥੋਂ ਦੇ ਲੋਕ ਜੇਕਰ ਅੜ ਗਏ ਤਾਂ ਅੜ ਗਏ, ਕਦੇ ਵੀ ਪਿੱਛੇ ਨਹੀਂ ਮੁੜਦੇ। ਜਿਸ ਪੰਜਾਬ ਬਾਰੇ ਧਨੀ ਰਾਮ ਚਾਤਰਕ ਨੇ ਲਿਖਿਆ ਸੀ ਕਿ ਤੂੜੀ ਤੰਦ ਸਾਂਭਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ, ਕੱਚੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਇਹ ਸਤਰਾਂ ਅੱਜ ਪੰਜਾਬ ਦੀ ਕਿਸਾਨੀ ਤੇ ਬਿਲਕੁਲ ਨਹੀਂ ਟੁਕਦੀਆਂ। ਪੰਜਾਬ ਦਾ ਕਿਸਾਨ ਅੱਜ ਮੇਲਿਆਂ ਨੂੰ ਨਹੀਂ, ਸਿਵਿਆਂ ਦੇ ਰਾਹ ਤੇ ਪਿਆ। ਅਖਬਾਰ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪੀ ਇੱਕ ਰਿਪੋਰਟ ਦੇ ਹਵਾਲੇ ਦੇ ਨਾਲ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਪੰਜਾਬ ਦੀਆਂ 3 ਯੂਨੀਵਰਸਿਟੀਆਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਕਰਵਾਏ ਗਏ ਕ੍ਰਮਵਾਰ ਸਾਲ 2000 ਤੋਂ ਲੈ ਕੇ 2015 ਅਤੇ ਸਾਲ 2000 ਤੋਂ ਲੈ ਕੇ 2018 ਤੱਕ ਦੇ ਇੱਕ ਸਰਵੇ ਦੇ ਵਿੱਚ ਹੈਰਾਨ ਕਰ ਦੇਣ ਵਾਲੇ ਔਰ ਚੁਕਾਉਣ ਵਾਲੇ ਤੱਥ ਸਾਹਮਣੇ ਆਏ ਨੇ। ਤੱਥ ਅਤੇ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੀ 88% ਜਿਹੜੀ ਖੁਦਕੁਸ਼ੀ ਹੈ, 88% ਜਿਹੜੇ ਪੰਜਾਬ ਦੇ ਕਿਸਾਨਾਂ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦਾ ਕਾਰਨ ਉਹਨਾਂ ਦੇ ਸਿਰ ਤੇ, ਉਹਨਾਂ ਦੇ ਪਰਿਵਾਰ ਦੇ ਉੱਤੇ ਚੜ੍ਹਿਆ ਹੋਇਆ ਮਹਿੰਗਾ ਕਰਜ਼ਾ ਹੈ। ਸੋਚ ਕੇ ਵੇਖੋ, 100 ਦੇ ਵਿੱਚੋਂ 88% ਕਿਸਾਨ ਇਸ ਕਰਕੇ ਆਤਮ ਹੱਤਿਆ ਕਰ ਗਏ, ਇਸ ਕਰਕੇ ਇਸ ਜਹਾਨ ਤੋਂ ਰੁਖਸਤ ਹੋ ਗਏ, ਇਸ ਕਰਕੇ ਸਪਰੇਅ ਪੀ ਲਈ, ਇਸ ਕਰਕੇ ਗਲ ਦੇ ਵਿੱਚ ਫਾਹਾ ਪਾ ਕੇ ਲਟਕ ਕੇ ਮਰ ਗਏ, ਆਪਣੀ ਜਾਨ ਦੇ ਦਿੱਤੀ ਅੰਨਦਾਤੇ ਨੇ, ਕਿਉਂਕਿ ਉਸ ਦੇ ਸਿਰ ਤੇ ਮਹਿੰਗਾ ਕਰਜ਼ਾ ਚੜ੍ਹਿਆ ਸੀ। ਇੱਥੇ ਇੱਕ ਸਵਾਲ ਬੜਾ ਮਹੱਤਵਪੂਰਨ ਹੋ ਜਾਂਦਾ ਹੈ। ਉਹ ਸਵਾਲ ਇਹ ਹੈ ਕਿ ਬਹੁਤ ਵਾਰੀ ਬਹੁਤ ਲੋਕ ਇਹ ਗੱਲ ਰੱਖਦੇ ਨੇ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਸ ਨੇ ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆਂ, ਵੱਡੇ ਟਰੈਕਟਰ ਅਤੇ ਮਹਿੰਗੀਆਂ ਗੱਡੀਆਂ ਲੈ ਲਈਆਂ, ਵਿਆਹਾਂ ਸ਼ਾਦੀਆਂ ਮਰਨਿਆਂ ਦੇ ਭੋਗਾਂ ਦੇ ਉੱਤੇ ਬਹੁਤ ਜ਼ਿਆਦਾ ਖਰਚ ਕਰਦਾ ਹੈ। ਪਰ ਇਹ ਜਿਹੜੀ ਰਿਪੋਰਟ ਹੈ, ਇਹ ਜਿਹੜੇ ਤੱਥ ਸਾਹਮਣੇ ਆਏ ਨੇ, ਇਹ ਇਸ ਗੱਲ ਨੂੰ ਪੂਰਨ ਰੂਪ ਦੇ ਵਿੱਚ ਝੁਠਲਾਉਂਦੇ ਨੇ, ਕਿਉਂਕਿ ਡੋਰ ਟੂ ਡੋਰ ਕੀਤੇ ਗਏ ਸਰਵੇ ਨੇ ਇਹ। ਇਸ ਕੀਤੇ ਗਏ ਸਰਵੇ ਦੇ ਵਿੱਚੋਂ ਜਿਹੜੀ ਹੈਰਾਨੀਜਨਕ ਸਾਹਮਣੇ ਗੱਲ ਆਉਂਦੀ ਆ ਕਿ ਕੁਝ ਜ਼ਿਲ੍ਹੇ, ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ, ਮੋਗਾ ਅਤੇ ਲੁਧਿਆਣਾ ਜ਼ਿਲ੍ਹੇ ਸ਼ਾਮਲ ਨੇ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੀਤੇ ਗਏ ਸਰਵੇ ਦੇ ਮੁਤਾਬਕ ਛੋਟੇ ਕਿਸਾਨ ਜਿਨ੍ਹਾਂ ਕੋਲੇ 2 ਤੋਂ 4 ਹੈਕਟੇਅਰ ਜ਼ਮੀਨ ਸੀ, ਉਹਨਾਂ ਦੇ ਸਿਰ ਦੇ ਉੱਤੇ ਕਰਜ਼ਾ ਹੀ ਇੰਨਾ ਚੜ੍ਹ ਗਿਆ, ਉਹਨਾਂ ਦੇ ਘਰ ਦੇ ਵਿੱਚ ਬੈਂਕ ਵਾਲੇ ਅਤੇ ਆੜਤੀਏ ਲਏ ਗਏ ਕਰਜ਼ੇ, ਉਹਨਾਂ ਦੇ ਸਿਰ ਚੜ੍ਹੇ ਕਰਜ਼ੇ ਕਾਰਨ ਲਗਾਤਾਰ ਗੇੜੇ ਮਾਰ ਰਹੇ ਸੀ। ਜ਼ਮੀਨ ਦੀ ਕੁਰਕੀ ਤੱਕ ਦੀ ਨੌਬਤ ਆਈ ਤੇ ਫਿਰ ਉਹਨਾਂ ਨੇ ਇਹੋ ਮੁਨਾਸਬ ਸਮਝਿਆ ਕਿ ਪਰਿਵਾਰ ਨੂੰ ਤੰਗ ਹੋਣ ਨਾਲੋਂ ਚੰਗਾ ਕਿ ਖੁਦਕੁਸ਼ੀ ਕਰ ਲਈ ਜਾਵੇ। ਜੇਕਰ ਮੈਂ ਆંકੜਿਆਂ ਤੇ ਨਜ਼ਰ ਮਾਰਦਾ ਤਾਂ ਬਹੁਤੇ ਆંકੜਿਆਂ ਦੇ ਵਿੱਚ ਅਸੀਂ ਜਿਹੜੇ ਪੰਜਾਬੀ ਆ ਉਲਝ ਕੇ ਰਹਿ ਜਾਂਦੇ ਆ, ਪਰੰਤੂ ਮੋٹے ਰੂਪ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਕਿ ਇੱਕ ਸਰਵੇ ਜਿਹੜਾ 2000 ਤੋਂ 2018 ਦੇ ਦਰਮਿਆਨ ਹੁੰਦਾ ਹੈ, ਉਹ ਕਹਿੰਦਾ ਕਿ ਲਗਭਗ 9300 9291 ਕਿਸਾਨਾਂ ਨੇ ਸਿਰਫ ਖੁਦਕੁਸ਼ੀ 2000 ਤੋਂ ਲੈ ਕੇ 2018 ਯਾਨੀ ਕਿ 18 ਸਾਲਾਂ ਦੇ ਦਰਮਿਆਨ ਕੀਤੀ। ਔਰ ਜਿਹੜਾ ਇਸੇ ਦੇ ਬਰਾਬਰ 3 ਯੂਨੀਵਰਸਿਟੀਆਂ ਦਾ ਸਾਂਝਾ ਸਰਵੇ ਜਿਹੜਾ ਹੋਇਆ, ਉਹ ਦੱਸ ਰਿਹਾ ਹੈ ਕਿ ਇਹਨਾਂ 15 ਸਾਲਾਂ ਦੇ ਦਰਮਿਆਨ 2015 ਤੱਕ 2000 ਤੋਂ 2015 ਤੱਕ 16,600 ਕਿਸਾਨਾਂ ਨੇ ਆਤਮ ਹੱਤਿਆ ਕੀਤੀ, ਖੁਦਕੁਸ਼ੀ ਕੀਤੀ। ਆਪ ਸੋਚ ਕੇ ਵੇਖੋ, 1000 ਕਿਸਾਨ ਪ੍ਰਤੀ ਸਾਲ ਖੁਦਕੁਸ਼ੀ ਪੰਜਾਬ ਦੇ ਵਿੱਚ ਕਰ ਰਿਹਾ ਹੈ। ਜਿਹੜਾ ਪੰਜਾਬ ਕੇ ਪੂਰੀ ਦੁਨੀਆ ਦੇ ਵਿੱਚ ਧੁੰਮਾ ਪਾ ਰਿਹਾ, ਉਸ ਪੰਜਾਬ ਦੇ ਕਿਸਾਨ ਔਰ ਮਜ਼ਦੂਰ ਦਾ ਇਹ ਹਾਲ ਹੋਇਆ ਹੋਇਆ। ਇਸ ਦਾ ਇੱਕ ਮੁੱਖ ਕਾਰਨ ਇਹ ਮੰਨਿਆ ਗਿਆ ਕਿ 77% ਜਿਹੜੇ ਕਿਸਾਨ ਸੀ, ਇਸ ਦੇ ਵਿੱਚੋਂ 100 ਦੇ ਵਿੱਚੋਂ 77% ਜਿਹੜੇ ਕਿਸਾਨ ਸੀ ਛੋਟੇ ਤੇ ਸੀਮਾਂਤ ਕਿਸਾਨ। ਛੋਟਾ ਤੇ ਸੀਮਾਂਤ ਕਿਸਾਨ ਉਸ ਨੂੰ ਮੰਨਿਆ ਜਾਂਦਾ ਜਿਸ ਕੋਲ ਜ਼ਮੀਨ 1 ਹੈਕਟੇਅਰ ਤੋਂ 2 ਹੈਕਟੇਅਰ ਜਾਂ 2 ਤੋਂ ਲੈ ਕੇ 4 ਹੈਕਟੇਅਰ ਹੁੰਦੀ ਹੈ। ਇੱਕ ਤਾਂ ਜ਼ਮੀਨ ਹੀ ਇੰਨੀ ਘੱਟ ਹੈ, ਉੱਤੋਂ ਜ਼ਮੀਨ ਦੇ ਉੱਤੇ ਜਿਹੜੀ
ਪੈਦਾਵਾਰ ਪੈਦਾ ਕਰ ਰਿਹਾ ਹੈ, ਉਸ ਪੈਦਾਵਾਰ ਦਾ ਉਸ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ। ਜਦੋਂ ਮਾਰਕੀਟ ਦੇ, ਬਾਜ਼ਾਰ ਦੇ, ਮੰਡੀ ਦੇ ਆંકੜਿਆਂ ਦੇ ਉੱਤੇ ਅਸੀਂ ਨਜ਼ਰ ਮਾਰਦੇ ਹਾਂ, ਇਹ ਜਿਹੜੇ 5 ਜ਼ਿਲ੍ਹੇ ਮੈਂ ਤੁਹਾਨੂੰ ਗਿਣਾਏ ਨੇ, ਖਾਸ ਤੌਰ ਦੇ ਉੱਤੇ ਬਰਨਾਲਾ, ਮਾਨਸਾ, ਬਠਿੰਡਾ ਇਹ ਅਤੇ ਸੰਗਰੂਰ, ਇਹ ਜ਼ਿਲ੍ਹੇ ਜਿਹੜੇ ਨੇ, ਫਾਜ਼ਿਲਕਾ ਤੇ ਹਬੋਰ ਵੀ ਇਸ ਦੇ ਨਾਲ ਆ ਜਾਂਦਾ, ਉਹ ਇਲਾਕਾ ਵੀ ਇਸ ਦੇ ਨਾਲ ਆ ਜਾਂਦਾ। ਇਹ ਜਿਹੜੇ ਜ਼ਿਲ੍ਹੇ ਨੇ ਇਹ ਕਾਟਨ ਬੈਲਟ ਆਫ ਇੰਡੀਆ ਦੇ ਨਾਂ ਦੇ ਨਾਲ ਮਸ਼ਹੂਰ ਨੇ, ਜਾਂ ਨਰਮਾ ਪੱਟੀ ਦੇ ਨਾਂ ਦੇ ਨਾਲ ਮਸ਼ਹੂਰ ਨੇ। ਪਿਛਲੇ 3 ਦਹਾਕਿਆਂ ਯਾਨੀ ਕਿ ਪਿਛਲੇ 30 ਸਾਲ ਦੇ ਵਿੱਚ ਇਸ ਨਰਮਾ ਪੱਟੀ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਘਾਟਾ ਪਿਆ ਕਿ ਅਮਰੀਕਨ ਨਰਮਾ ਜਿਹੜਾ ਹੈ, ਅਮਰੀਕਨ ਨਰਮੇ ਦਾ ਜਿਹੜਾ ਬੀਜ ਸਰਕਾਰਾਂ ਦੁਆਰਾ ਸਪਲਾਈ ਕਰਕੇ ਉੱਥੇ ਬਿਜਵਾਇਆ ਗਿਆ, ਉਸ ਦਾ ਜਿਹੜਾ ਝਾੜ ਹੈ ਉਹ 197 ਕਿਲੋ ਪ੍ਰਤੀ ਏਕੜ, ਯਾਨੀ ਕਿ 30 ਸਾਲਾਂ ਦਾ ਸਭ ਤੋਂ ਘੱਟ ਹੇਠਲੇ ਪੱਧਰ ਦਾ ਝਾੜ ਨਿਕਲਿਆ। ਝਾੜ ਤਾਂ ਘੱਟ ਨਿਕਲੇ ਹੀ ਨਿਕਲਿਆ, ਉਸ ਤੋਂ ਅੱਗੇ ਜਿਹੜੀ ਮਾਰ ਕਿਸਾਨਾਂ ਨੂੰ ਪਈ, ਉਹ ਮਾਰ ਇਹ ਪਈ ਕਿ ਇੱਕ ਤਾਂ ਨਕਲੀ ਬੀਜ ਆਏ, ਨਕਲੀ ਬੀਜਾਂ ਦੀਆਂ ਜਿਹੜੀਆਂ ਸਟੋਰੀਆਂ ਸੀ, ਉਸ ਦੀਆਂ ਜਿਹੜੀਆਂ ਰਿਪੋਰਟਾਂ ਸੀ ਤੁਹਾਡੇ ਸਾਹਮਣੇ ਆਈਆਂ, ਨਕਲੀ ਦਵਾਈਆਂ, ਨਕਲੀ ਰੇਹਾਂ ਸਪਰੇਹਾਂ, ਨਕਲੀ ਖਾਦਾਂ ਦੀਆਂ ਰਿਪੋਰਟਾਂ ਤੁਹਾਡੇ ਸਾਹਮਣੇ ਆਈਆਂ। ਉਸ ਤੋਂ ਅਗਲੇਰੀ ਗੱਲ, ਜਿਹੜੇ ਮੁੱਖ ਕਾਰਨ ਡੋਰ ਟੂ ਡੋਰ ਸਰਵੇ ਦੇ ਵਿੱਚ ਨਿਕਲ ਕੇ ਆਏ ਨੇ, ਇੱਕ ਸਿੱਖਿਆ ਔਰ ਸਿਹਤ ਦਾ ਲਗਾਤਾਰ, ਇਲਾਜ ਦਾ ਲਗਾਤਾਰ ਮਹਿੰਗਾ ਹੋਣਾ, ਦੂਸਰੀ ਗੱਲ ਗੈਸ ਅਤੇ ਡੀਜ਼ਲ ਦੇ ਭਾਅ ਦੇ ਵਿੱਚ ਲਗਾਤਾਰ ਵਾਧਾ ਹੋਣਾ, ਔਰ ਤੀਸਰੀ ਗੱਲ ਕਿ ਇਹਨਾਂ ਕੋਲ ਆਮਦਨੀ ਦੇ ਬਦਲਵਾਂ ਕੋਈ ਪ੍ਰਬੰਧ ਨਹੀਂ, ਯਾਨੀ ਕਿ ਆਪਣੀ ਛੋਟੀ ਖੇਤੀਬਾੜੀ ਕਰਨ ਤੋਂ ਬਿਨਾਂ ਇਹਨਾਂ ਦੇ ਕੋਲ ਕੋਈ ਹੋਰ ਕਿੱਤਾ ਨਹੀਂ ਜਿੱਥੋਂ ਇਹਨਾਂ ਦੀ ਜਿਹੜੀ ਆਮਦਨੀ ਹੋ ਸਕੇ, ਜਿਸ ਨਾਲ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਇੱਕ ਹੋਰ ਹੈਰਾਨੀਜਨਕ ਤੱਥ, ਉਹ ਤੱਥ ਇਹ ਹੈ ਕਿ 33% ਕਿਸਾਨ ਜਿਹੜੇ ਇਹਨਾਂ 88% ਦੇ ਵਿੱਚੋਂ ਜਿਨ੍ਹਾਂ ਨੇ ਕਰਜ਼ੇ ਕਰਕੇ ਖੁਦਕੁਸ਼ੀ ਕੀਤੀ, 33% ਕਿਸਾਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਹੋਰ ਕੋਈ ਕਮਾਉਣ ਵਾਲਾ ਨਹੀਂ ਰਿਹਾ। ਪਰਿਵਾਰ ਉਹਨਾਂ ਦੇ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੋ ਗਏ ਨੇ। ਔਰ ਇੱਕ ਹੋਰ ਸਭ ਤੋਂ ਹੈਰਾਨੀਜਨਕ ਤੱਥ ਕਿ ਪੰਜਾਬ ਦੀ ਨੌਜਵਾਨੀ, ਪੰਜਾਬ ਦੀ ਕਿਸਾਨੀ, ਇਸ ਕਿਸਾਨਾਂ ਦੇ ਵਿੱਚੋਂ 88% ਕਿਸਾਨਾਂ ਦੇ ਵਿੱਚੋਂ ਖੁਦਕੁਸ਼ੀ ਕਰਨ ਵਾਲੇ ਜਿਹੜੇ ਬਹੁਤੇ ਕਿਸਾਨ ਨੇ, 42% ਜਿਹੜਾ ਕਿਸਾਨ ਹੈ ਉਸ ਦੀ ਉਮਰ 30 ਤੋਂ 35 ਸਾਲ ਦੇ ਵਿਚਾਲੇ, 30 ਤੋਂ 35 ਸਾਲ ਦੀ ਉਮਰ ਨੌਜਵਾਨੀ ਉਮਰ ਮੰਨੀ ਜਾਂਦੀ ਹੈ। ਜਦੋਂ ਇਹ ਫੈਸਲਾ ਕਰਨਾ ਹੁੰਦਾ ਕਿ ਅਸੀਂ ਆਪਣੀ ਖੇਤੀਬਾੜੀ, ਅਸੀਂ ਆਪਣੇ ਪਰਿਵਾਰ, ਅਸੀਂ ਆਪਣੇ ਸਮਾਜ ਦੇ ਲਈ ਕੀ ਕਰਨਾ ਹੁੰਦਾ, ਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਚੜੇ ਹੋਏ ਕਰਜ਼ੇ ਦੇ ਕਾਰਨ ਰੇ ਸਪਰੇ ਪੀ ਲਓ ਜਾਂ ਫਿਰ ਗਲ ਦੇ ਵਿੱਚ ਫਾਹਾ ਪਾ ਕੇ ਆਤਮ ਹੱਤਿਆ ਕਰ ਲਓ, ਖੁਦਕੁਸ਼ੀ ਕਰ ਲਓ। ਇਹ ਰਿਪੋਰਟ ਤੁਹਾਡੇ ਸਾਹਮਣੇ ਰੱਖਣ ਦਾ ਮੰਤਵ ਅਤੇ ਮਕਸਦ ਇਹੋ ਸੀ ਕਿ ਸਾਨੂੰ ਸੋਚਣਾ ਪਏਗਾ, ਸਰਕਾਰਾਂ ਨੂੰ ਬਦਲਵੇਂ ਪ੍ਰਬੰਧ ਕਰਨੇ ਪੈਣਗੇ, ਸਰਕਾਰਾਂ ਨੂੰ ਖੇਤੀ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਲਈ। ਜੇਕਰ ਤੁਸੀਂ ਬਦਲਵੀਂ ਖੇਤੀ ਦੀ ਗੱਲ ਕਰਦੇ ਹੋ, ਜੇਕਰ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ, ਤਾਂ ਫਿਰ ਉਹ ਮਾਡਲ ਵਿਕਸਿਤ ਕਰਨੇ ਪੈਣਗੇ। ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਨਵੀਂ ਫਾਰਮ ਹੋਈ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸੋਚਣਾ ਪਏਗਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਪਏਗਾ, ਕਿਉਂਕਿ ਇਹ ਤੱਥ ਤੁਹਾਡੇ ਸਾਹਮਣੇ ਸਬੂਤਾਂ ਸਮੇਤ ਆ ਚੁੱਕਿਆ ਕਿ ਜਦੋਂ ਪੂਰਨ ਤੌਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਲੋਕਡਾਊਨ ਹੋਇਆ ਸੀ, ਕਰੋਨਾ ਕਾਲ ਦੇ ਵਿੱਚ ਸਾਰੇ ਸੈਕਟਰ ਘਾਟੇ ਦੇ ਵਿੱਚ ਜਾ ਰਹੇ ਸੀ, ਉਦੋਂ ਸਿਰਫ ਇੱਕੋ ਇੱਕ ਖੇਤੀ ਸੈਕਟਰ ਸੀ ਜਿਸ ਨੇ ਦੇਸ਼ ਦੀ GDP ਦੇ ਵਿੱਚ ਵਾਧੇ ਦੀ ਦਰ ਦਾ ਹਿੱਸਾ ਪਾਇਆ ਸੀ। ਸੋ ਆਓ ਰਲ ਮਿਲ ਕੇ ਸਰਕਾਰਾਂ ਤੱਕ ਇਹ ਆਵਾਜ਼ ਪਹੁੰਚਾਈਏ, ਆਓ ਰਲ ਮਿਲ ਕੇ ਸੰਸਥਾਵਾਂ ਤੱਕ ਇਹ ਆਵਾਜ਼ ਪਹੁੰਚਾਈਏ ਕਿ ਜੇਕਰ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ ਤਾਂ ਇਹ ਜਿਹੜੀਆਂ ਰਿਪੋਰਟਾਂ ਨੇ, ਇਹ ਜਿਹੜੇ ਸਰਵੇ ਨੇ, ਇਹਨਾਂ ਨੂੰ ਗੰਭੀਰਤਾ ਨਾਲ ਵਾਚੀਏ, ਗੰਭੀਰਤਾ ਨਾਲ ਇਹਨਾਂ ਦੀ ਪੜਤਾਲ ਕਰੀਏ, ਗੰਭੀਰਤਾ ਨਾਲ ਪੜਚੋਲ ਕਰੀਏ, ਤਾਂ ਜੋ ਅਸੀਂ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਤੇ ਬਾਬੇ ਨਾਨਕ ਦੀ ਬਖਸ਼ੀ ਹੋਈ ਖੇਤੀ, ਬਾਬੇ ਨਾਨਕ ਦੀ ਬਖਸ਼ੀ ਹੋਈ ਖੇਤੀ ਅਤੇ ਉਸ ਦੀ ਕਿਸਾਨੀ ਨੂੰ ਆਪਾਂ ਮੁੜ ਤੋਂ ਪੁਨਰ ਸੁਰਜੀਤ ਕਰ ਸਕੀਏ। ਸਵਾਲ ਬਹੁਤ ਅਹਿਮ ਹੈ, ਗੰਭੀਰ ਹੈ, ਇਸ ਦੇ ਉੱਤੇ ਚਰਚਾ ਤੁਸੀਂ ਵੀ ਜ਼ਰੂਰ ਕਰਿਓ, ਸੋਚਿਓ ਤੁਸੀਂ ਵੀ ਜ਼ਰੂਰ। ਹਰ ਅਪਡੇਟ ਦੇ ਲਈ ਬਣੇ ਰਹੋ ਔਨ 에ਅਰ ਦੇ ਨਾਲ। ਦਿਓ ਆਗਿਆ। ਸਤਿ ਸ੍ਰੀ ਅਕਾਲ।